ਅਸੀਂ ਇਸ ਵਕਤ ਸ਼ੰਭੂ ਮੋਰਚੇ ਤੇ ਆ ਤੇ ਦੀਪ ਸਿੱਧੂ ਸਾਡੇ ਨਾਲ ਨੇ। ਦੀਪ ਬਾਈ ਜੇ ਗੱਲ ਕਰ ਲਈਏ ਤੇ ਇਸ ਮੋਰਚੇ ਦੀ ਸ਼ਲਾਘਾ ਵੀ ਬਹੁਤ ਹੈ, ਚਰਚਾ ਵੀ ਬਹੁਤ ਹੈ, ਵਿਵਾਦ ਵੀ ਬਹੁਤ ਨੇ, ਵਿਵਾਦ ਵੀ ਜੁੜਦੇ ਜਾ ਰਹੇ ਨੇ। ਜੇਕਰ ਤੁਸੀਂ ਹੋਂਦ ਦੀ ਗੱਲ ਕਰਦੇ ਹੋ ਤਾਂ ਹੋਂਦ ਦੇ ਨਾਲ ਜੋ ਇਸ ਵਕਤ ਵਿਵਾਦ ਜੁੜ ਰਹੇ ਨੇ ਉਹਨਾਂ ਵਿਵਾਦਾਂ ਨੂੰ ਕਿਵੇਂ ਦੇਖਦੇ ਹੋ? ਦੇਖੋ ਗੱਲ ਆਏ ਆ, ਜਦੋਂ ਤੁਸੀਂ ਕੋਈ ਆਪਦਾ ਵੱਖਰਾ ਸਟੈਂਡ ਲੈ ਲੈਂਦੇ ਹੋ, ਕਿਉਂ ਲੈ ਲੈਂਦੇ ਹੋ? ਸਮੇਂ ਦੀ ਜ਼ਰੂਰਤ ਆ। ਸਮੇਂ ਦੀ ਜ਼ਰੂਰਤ ਕਿਵੇਂ ਆ? ਜੇ ਅਸੀਂ ਸਿਰਫ ਰਿਆਇਤਾਂ ਲਈ ਲੜ ਰਹੇ ਹਾਂ ਤਾਂ ਪਹਿਲਾਂ ਵਾਲਾ ਵੀ ਜਿਹੜਾ ਸਾਰਾ ਤਾਣਾ ਬਾਣਾ ਸੀ ਸਰਕਾਰਾਂ ਨੇ ਸਾਨੂੰ ਦਿੱਤਾ, ਮਜ਼ਦੂਰਾਂ ਤੇ ਕਿਸਾਨਾਂ ਤੇ ਵੀ ਜਿਹੜਾ ਗਲਬਾ ਪਾ ਰੱਖਿਆ ਸੀ, ਉਹ ਵੀ ਬਾਹਲਾ ਸਿਖਾਵਾਂ ਨਹੀਂ ਆ। ਉਹਦੇ 'ਚ ਬਹੁਤ ਵੱਡੀਆਂ ਸੋਧਾਂ ਦੀ ਜ਼ਰੂਰਤ ਆ। ਜੇ ਮੈਨੂੰ ਅੱਜ ਕੋਈ ਕਹਿ ਦੇ ਵੀ ਆਰਡੀਨੈਂਸਸ ਵਾਪਸ ਹੋ ਜਾਣਗੇ, ਮੈਂ ਕਹਿੰਦਾ ਠੀਕ ਆ ਜੀ, ਨਾਲੇ ਲਿਖ ਕੇ ਦੇ ਵੀ ਖੁਦਕੁਸ਼ੀਆਂ ਰੁਕ ਜਾਣਗੀਆਂ, ਕਰਜ਼ੇ ਮੁੜ ਜਾਣਗੇ, ਲਿਮਟਾਂ ਮੁੜ ਜਾਣਗੀਆਂ ਤੇ ਮਜ਼ਦੂਰਾਂ ਦਾ ਸ਼ੋਸ਼ਣ ਰੁਕ ਜੂਗਾ। ਮੈਂ ਕਹਿ ਦੂੰਗਾ ਕੋਈ ਗੱਲ ਨਹੀਂ ਜੀ, ਫਿਰ ਆਪਾਂ ਕੁਝ ਨਹੀਂ ਕਰਦੇ, ਤੁਸੀਂ ਆਰਡੀਨੈਂਸਸ ਵਾਪਸ ਲੈ ਲਓ, ਨਾਲ ਆ ਚੀਜ਼ਾਂ ਰੁਕ ਜਾਣ, ਅਸੀਂ ਸਭ ਤੁਹਾਡੇ ਵਾਂਗੂ ਚੱਲਾਂਗੇ ਜਿਵੇਂ ਤੁਸੀਂ ਕਹੋਗੇ। ਜਦੋਂ ਇਹ ਪੁੱਛਦੇ ਆ ਵੀ ਆਰਡੀਨੈਂਸਸ ਵਾਪਸ ਹੋ ਕੇ ਇਹ ਸਭ ਕੁਝ ਠੀਕ ਹੋ ਜਾਊਗਾ, ਉਹਦਾ ਜਵਾਬ ਉਹ ਕਹਿੰਦੇ ਨਹੀਂ, ਇਹ ਤਾਂ ਠੀਕ ਨਹੀਂ ਹੋਣਾ। ਫਿਰ ਮੈਂ ਕਿਹਾ ਫਿਰ ਅਸੀਂ ਆਪਦੇ ਆਪ ਨੂੰ ਧੋਖਾ ਦੇ ਰਹੇ ਹਾਂ ਜਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਧੋਖਾ ਦੇ ਰਹੇ ਹਾਂ। ਇਸ ਕਰਕੇ ਜੇ ਐਡਾ ਵੱਡਾ ਉਭਾਰ ਆਇਆ, ਐਡੀ ਵੱਡੀ ਲਹਿਰ ਖੜੀ ਹੋਈ ਆ, ਤਾਂ ਸਾਨੂੰ ਉਹ ਸਿਸਟਮ ਦੇ ਖਿਲਾਫ ਲੜਨਾ ਚਾਹੀਦਾ। ਸਾਨੂੰ ਆਪਦੇ ਹੱਕ ਲੈਣੇ ਚਾਹੀਦੇ ਆ ਉਹ ਸਿਸਟਮ ਤੋਂ, ਜਿਹੜੇ ਪਿਛਲੇ 70-75 ਸਾਲਾਂ ਤੋਂ ਸਾਨੂੰ ਨਹੀਂ ਮਿਲੇ। ਜਿਹੜਾ ਸਿਸਟਮ ਸਾਨੂੰ ਲਗਾਤਾਰ ਇੱਕ ਸਲੋ ਪੋਇਜ਼ਨ ਦਿੰਦੇ ਹੋਏ ਸਾਨੂੰ ਇੱਕ ਮੌਤ ਵੱਲ ਧੱਕ ਰਿਹਾ, ਕਬਰਾਂ ਵੱਲ ਧੱਕ ਰਿਹਾ। ਸੋ ਜੇ ਅਸੀਂ ਉਹਦੇ ਖਿਲਾਫ ਨਹੀਂ ਲੜੇ, ਉਹਨੂੰ ਸੰਬੋਧਨ ਨਹੀਂ ਕੀਤਾ, ਆਮ ਤੌਰ ਤੇ ਇਹ ਗੱਲ ਹੁੰਦੀ ਆ, ਸਾਡੀ ਇਹ ਮਾਨਸਿਕਤਾ ਵੀ ਆ ਕਹਿ ਲਓ ਤੇ ਇਹ ਧਾਰਨਾ ਵੀ ਬਣ ਗਈ। ਅਸੀਂ ਮੁਖਾਤਮ ਹੁੰਨੇ ਆ ਮਸਲਿਆਂ ਨੂੰ, ਪਰ ਮਸਲੇ ਕਿਸੇ ਹਾਲਾਤ ਦੇ ਦਿੱਤੇ ਹੁੰਦੇ ਆ, ਕਿਸੇ ਹਾਲਾਤ ਚੋਂ ਪੈਦਾ ਹੋਏ ਹੁੰਦੇ ਆ, ਉਸ ਹਾਲਾਤ ਨੂੰ ਅਸੀਂ ਮੁਖਾਤਮ ਨਹੀਂ ਹੁੰਦੇ। ਤਾਂ ਜਿਹੜੀ ਜੜ ਆ ਉਹ ਤਾਂ ਹਾਲਾਤਾਂ 'ਚ ਪਈ ਆ। ਯਾਨੀ ਕਿ ਅਸੀਂ ਜੜ ਦੀ ਗੱਲ ਨਹੀਂ ਕਰਦੇ, ਅਸੀਂ ਉੱਪਰਲੀਆਂ ਟਾਹਣੀਆਂ ਦੀ ਗੱਲ ਕਰ ਲੈਂਦੇ, ਜਾਂ ਜੋ ਪੱਤੇ ਸੁੱਕਦੇ ਨੇ ਉਹਨਾਂ ਦੀ ਗੱਲ ਕਰਦੇ ਆ। ਤੇ ਮੁੜ ਕੇ ਜੜ ਨੇ ਫੇਰ ਹਰੇ ਹੋ ਜਾਣਾ, ਉੱਥੋਂ ਫੇਰ ਕੋਈ ਨਾ ਕੋਈ ਆਰਡੀਨੈਂਸ ਲੈ ਕੇ ਨਿਕਲ ਆਉਣਾ, ਨਵੀਂ ਲੈਜਿਸਲੇਸ਼ਨ ਨਿਕਲ ਆਉਣੀ ਆ। ਇਸ ਕਰਕੇ ਐਡੇ ਵੱਡੇ ਉਭਾਰ ਤੋਂ ਬਾਅਦ ਜਿੱਥੇ ਐਡੀ ਵੱਡੀ ਲਾਮਬੰਦੀ ਹੋਈ ਆ, ਲੋਕਾਂ ਨੇ ਭਰੋਸਾ ਜਤਾਇਆ, ਸਾਨੂੰ ਜਿਹੜਾ ਸੰਬੋਧਨ ਕਰਨਾ ਚਾਹੀਦਾ ਉਹ ਜੜ ਨੂੰ ਕਰਨਾ ਚਾਹੀਦਾ। ਜਿੱਥੇ ਅਸਲ ਪ੍ਰੋਬਲਮ ਆ ਉਸ ਜੜ ਨੂੰ ਪੱਟੋ, ਤਾਂ ਕਿ ਗਾਂ ਕਿਸੇ ਕਿਸਾਨ ਦੀ, ਕਿਸੇ ਮਜ਼ਦੂਰ ਦੀ ਜ਼ਿੰਦਗੀ ਤਾਂ ਸੁਧਰ ਸਕੇ ਭਾਈ। ਸੋ ਵਿਵਾਦ ਜਦੋਂ ਹੋਣੇ ਆ, ਜੇ ਅਸੀਂ ਕਹਿੰਦੇ ਆ ਵੀ ਜਦੋਂ ਸਿਸਟਮ ਨੂੰ ਚੈਲੰਜ ਕਰੋਗੇ ਤਾਂ ਸਿਸਟਮ ਹੀ ਵਿਵਾਦ ਪੈਦਾ ਕਰਕੇ ਦਿੰਦਾ, ਕਿਉਂਕਿ ਸਿਸਟਮ ਨੇ ਵੀ ਖੇਡਣਾ ਹੁੰਦਾ, ਸਿਸਟਮ ਨੇ ਵੀ ਤੁਹਾਨੂੰ ਨੱਪਣਾ ਹੁੰਦਾ, ਜਾਂ ਕਹਿ ਲਓ ਵੀ ਗਲਬਾ ਪਾਉਣਾ ਹੁੰਦਾ ਤੁਹਾਡੇ ਤੇ। ਤਾਂ ਇਹਦਾ ਇੱਕ ਇਹ ਪ੍ਰੋਸੈਸ ਆ, ਜਦੋਂ ਤੁਸੀਂ ਸੰਘਰਸ਼ ਲੜਦੇ ਹੋ ਉਹਦੇ 'ਚ ਗੁਜ਼ਰਨਾ ਹੀ ਪੈਂਦਾ ਤੇ ਆਉਂਦਾ ਹੀ ਆਉਂਦਾ। ਯਾਨੀ ਕਿ ਅਸੀਂ ਇਹ ਕਹਿ ਦਈਏ ਜੋ ਵਿਵਾਦ ਇਸ ਵਕਤ ਖੜੇ ਹੋ ਰਹੇ ਨੇ ਉਹ ਕਿਤੇ ਨਾ ਕਿਤੇ ਸਿਸਟਮ ਦੀ ਕੋਈ ਕੋਝੀ ਸਾਜ਼ਿਸ਼ ਹੋ ਸਕਦੀ ਹੈ। ਸਿਸਟਮ ਦੀ ਦੇਣ ਆ ਉਹ, ਔਰ ਉਸ ਹਰ ਬੰਦੇ ਦੀ ਦੇਣ ਆ ਜਿਹੜਾ ਸਿਸਟਮ ਨੂੰ ਸਪੋਰਟ ਕਰਦਾ। ਤੇ ਜਿਹੜਾ ਰੂਹ ਅੱਜ ਸਿਸਟਮ ਨੂੰ ਚੈਲੰਜ ਕਰੂਗੀ, ਜਾਂ ਪੁਰਾਣੇ ਸਮੇਂ 'ਚ ਵੀ ਜਿਹੜੀ ਰੂਹ ਨੇ ਵੀ ਕੀਤਾ, ਸਿਸਟਮ ਨੇ ਉਹਨੂੰ ਕਿਵੇਂ ਦੱਬਿਆ, ਨੈਰੇਟਿਵ ਕਿਵੇਂ ਕ੍ਰੀਏਟ ਕੀਤਾ, ਇੱਕ ਬਿਰਤਾਂਤ ਰਚ ਦਿੰਦਾ ਸਿਸਟਮ। ਲੋਕਾਂ ਦੀਆਂ ਮਾਨਸਿਕਤਾ, ਉਹਨਾਂ ਦੀਆਂ ਸੋਚ ਨੂੰ ਫੜ ਲੈਂਦਾ। ਉਹਨਾਂ ਕੋਲੇ ਬੜੀ ਚੰਗੀ ਤਰ੍ਹਾਂ ਜਾਣੂ ਆ ਇਸ ਗੱਲ ਦੇ, ਬੜੇ ਵੱਡੇ ਐਕਸਪਰਟ ਬੈਠੇ ਆ ਵੀ ਲੋਕਾਂ ਦੀ ਮਾਨਸਿਕਤਾ ਨੂੰ ਕਿਵੇਂ ਫੜਨਾ, ਕਿਹੜੀ ਜਗ੍ਹਾ ਤੇ ਹਿੱਟ ਕਰਨਾ, ਪ੍ਰੈਜੁਡਿਸ ਕਿਵੇਂ ਕ੍ਰੀਏਟ ਕਰਨੀ ਆ ਉਹਨਾਂ ਦੇ ਮਾਈਂਡ 'ਚ। ਕਿਉਂਕਿ ਲੌਜਿਕ ਨਹੀਂ ਦੇਣਾ ਹੁੰਦਾ, ਬਸ ਇੱਕ ਗੱਲ ਹੀ ਕਹਿਣੀ ਹੁੰਦੀ ਆ ਤੇ ਪ੍ਰੈਜੁਡਿਸ ਕ੍ਰੀਏਟ ਕਰਨਾ ਹੁੰਦਾ। ਹਿਊਮਨ ਸਾਈਕੋਲੋਜੀ ਆ, ਨੈਗੇਟਿਵ ਚੀਜ਼ ਨੂੰ ਜਲਦੀ ਫੜਦੀ ਆ, ਪੋਜ਼ਿਟਿਵ ਵਾਲੇ ਪਾਸੇ ਘਟ ਜਾਂਦੀ ਆ। ਇਹ ਹਿਊਮਨ ਸਾਈਕੋਲੋਜੀ ਆ। ਤੁਸੀਂ ਮਾਨਸਿਕਤਾ ਦੀ ਗੱਲ ਕਰ ਰਹੇ ਹੋ, ਪਰ ਜੇਕਰ ਅਸੀਂ ਇੱਕ ਵਾਰ ਕਿਸਾਨ ਜਥੇਬੰਦੀਆਂ ਦੀ ਗੱਲ ਕਰ ਲਈਏ ਤਾਂ ਉਹ ਇਹ ਕਹਿੰਦੀਆਂ ਨੇ ਕਿ ਜੋ ਇਸ ਵਕਤ ਪਹਿਲਾਂ ਹਾਲਾਤ ਜਾਂ ਜੋ ਮੋਰਚਾ ਸ਼ੁਰੂ ਹੋਇਆ ਉਸ ਤੇ ਕਾਇਮ ਰਹਿਣਾ ਚਾਹੀਦਾ ਸੀ, ਬਾਕੀ ਗੱਲਾਂ ਹਜੇ ਬਾਅਦ 'ਚੋਂ ਹੱਲ ਹੋ ਸਕਦੀਆਂ ਨੇ ਜਾਂ ਇਸ ਨੂੰ ਅੱਗੇ ਵਧਾਇਆ ਜਾਊਗਾ। ਸੋ ਉਹ ਕਹਿੰਦੇ ਨੇ ਕਿ ਦੀਪ ਆਪਦੀ ਕਮਿਟਮੈਂਟ ਤੋਂ ਹਿੱਲ ਗਿਆ। ਨਹੀਂ, ਮੈਂ ਤਾਂ ਕਦੇ ਕਮਿਟਮੈਂਟ ਇਹ ਦਿੱਤੀ ਨਹੀਂ ਜੀ, ਔਰ ਨਾ ਹੀ ਮੈਂ ਕਮਿਟਮੈਂਟ ਤੋਂ ਹਿੱਲਿਆ। ਮੇਰੀ ਉਸੇ ਜਿੱਥੇ ਪਹਿਲੇ ਦਿਨ ਮੀਟਿੰਗ ਹੋਈ ਸੀ ਉਸੇ ਹਾਲ 'ਚ ਬੈਠ ਕੇ ਇੱਕ ਇੰਟਰਵਿਊ ਆ, ਮੇਰੇ ਪੇਜ ਤੇ ਪਈ ਆ, ਉਹਦੇ 'ਚ ਤੁਸੀਂ ਦੇਖੋ। ਮੈਨੂੰ ਸਪੈਸ਼ਲੀ ਜਿਹੜੇ ਜਰਨਲਿਸਟ ਸੀ, ਥਲੀ ਬਾਈ, ਉਹਨਾਂ ਨੇ ਪੁੱਛਿਆ ਵੀ ਬਾਹਰ ਕਿਸਾਨ ਆਗੂ ਇਹ ਕਹਿ ਰਹੇ ਆ ਵੀ ਸਾਡੇ ਕੋਲੇ ਤਜਰਬਾ, ਸਾਡੇ ਕੋਲੇ ਬੜਾ ਲੰਬਾ ਘੋਲ ਜਿਹੜੇ ਅਸੀਂ ਲੜੇ ਹੋਏ ਆ ਉਸ ਗੱਲ ਦਾ, ਤੇ ਸਾਨੂੰ ਢੰਗ ਵੀ ਆਉਂਦੇ ਆ, ਤੇ ਜਿਵੇਂ ਅਸੀਂ ਕਹਾਂਗੇ ਉਵੇਂ ਅਗਵਾਈ ਉਹ ਕਰਨਗੇ। ਹਾਂ, ਅਗਵਾਈ ਉਹ ਕਰਨਗੇ, ਉਵੇਂ ਅਸੀਂ ਚੱਲਾਂਗੇ। ਮੈਂ ਕਿਹਾ ਜੀ ਮੈਂ ਬਿਲਕੁਲ ਨਹੀਂ ਕਿਹਾ, ਮੈਂ ਪਿੱਛੇ ਨਹੀਂ ਲੱਗੂੰਗਾ ਜਦੋਂ ਤੱਕ ਮੈਂ ਕਨਵਿੰਸਡ ਨਹੀਂ ਆ। ਕਿਉਂ ਨਹੀਂ ਆ? ਕਿਉਂਕਿ ਮੈਨੂੰ ਉਹੀ ਪ੍ਰੋਬਲਮ ਉੱਥੇ ਲੱਗ ਰਹੀ ਆ,
ਉਹ ਵੀ ਮਸਲਿਆਂ ਨੂੰ ਮੁਖਾਤਮ ਹੋ ਰਹੇ ਆ, ਮਸਲਿਆਂ ਨੂੰ ਸੰਬੋਧਨ ਕਰ ਰਹੇ ਆ, ਜੜ ਤੇ ਇੰਨੀ ਗੱਲ ਹੀ ਨਹੀਂ ਕੀਤੀ ਜਾ ਰਹੀ। ਮੈਂ ਇੱਕ ਸਵਾਲ ਇਹੀ ਪੁੱਛਿਆ ਸੀ ਵੀ ਤੁਹਾਡੀ ਲੜਾਈ ਲੜ ਲੈਂਦੇ ਆ, ਲੜਾਈ ਸਾਂਝੀ ਆ, ਸਾਡਾ ਦੁਸ਼ਮਣ ਦਿੱਲੀ ਆ, ਸਾਡੀ ਲੜਾਈ ਉਹਦੇ ਖਿਲਾਫ ਹੀ ਆ, ਇਸੇ ਸੰਘਰਸ਼ ਦਾ ਮੈਂ ਵੀ ਪਾਰਟ ਆ, ਲੜਾਈ ਉਹ ਲੜ ਲੈਂਦੇ ਆ ਜਿਹੜੀ ਤੁਸੀਂ ਕਹਿੰਦੇ ਹੋ। ਇੱਕ ਗੱਲ ਲਿਖ ਕੇ ਦੇ ਦਿਓ ਵੀ ਖੁਦਕੁਸ਼ੀਆਂ ਰੁਕ ਜਾਣਗੀਆਂ, ਕਰਜ਼ੇ ਮੁੜ ਜਾਣਗੇ, ਜਿਹੜੀ ਮੈਂ ਗੱਲ ਕਹੀ ਮਜ਼ਦੂਰਾਂ ਦਾ ਸ਼ੋਸ਼ਣ ਰੁਕ ਜੂਗਾ। ਉਹ ਕਹਿੰਦੇ ਨਹੀਂ ਇਹ ਤਾਂ ਨਹੀਂ ਰੁਕਣਾ। ਫਿਰ ਮੈਂ ਕਿਹਾ ਜਾਂ ਤਾਂ ਅਸੀਂ ਉਹਨਾਂ ਨਾਲ ਧੋਖਾ ਕਰ ਰਹੇ ਹਾਂ ਜਾਂ ਆਪਦੇ ਆਪ ਨਾਲ ਧੋਖਾ ਕਰ ਰਹੇ ਹਾਂ, ਮੇਰੇ ਤੋਂ ਤਾਂ ਦੋਨੇ ਹੀ ਨਹੀਂ ਹੋਣੇ। ਜੀ ਭਾਈ ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਇਹ ਮੰਨ ਲਈਏ ਵੀ ਜਿਹੜੀ ਸ਼ਾਇਦ ਚੌਧਰ ਦੀ ਲੜਾਈ ਹੁਣ ਤੱਕ ਚੱਲਦੀ ਆਈ ਹੈ, ਅੱਜ ਅਸੀਂ 31 ਜਥੇਬੰਦੀਆਂ ਦੀ ਗੱਲ ਕਰਦੇ ਹਾਂ, 31 ਚੋਂ 30 ਰਹਿ ਗਈਆਂ, ਇੱਕ ਨੂੰ ਸਸਪੈਂਡ ਕੀਤਾ ਗਿਆ ਆ, ਤੁਹਾਡਾ ਬਾਈਕਾਟ ਕਰਨ ਦੀ ਗੱਲ ਕਰਦੇ ਨੇ। ਜੇਕਰ ਕਲਾਕਾਰਾਂ ਦੀ ਮੈਂ ਗੱਲ ਕਰਾਂ ਨਾ, ਕਲਾਕਾਰ ਇਹ ਕਹਿੰਦੇ ਨਜ਼ਰ ਆਏ ਉਸ ਦਿਨ ਪਿਛਲੀ ਮੀਟਿੰਗ 'ਚ ਕਿ ਦੀਪ ਸਾਡਾ ਭਰਾ ਆ, ਆਉਣ ਵਾਲੇ ਸਮੇਂ 'ਚ ਅਸੀਂ ਇਕੱਠੇ ਹੋ ਜਾਵਾਂਗੇ। ਉਹ ਤੁਹਾਨੂੰ ਭਰਾ ਕਹਿੰਦੇ ਨੇ, ਹੁਣ ਵੀ ਕਹਿੰਦੇ ਨੇ। ਕਿਤੇ ਨਾ ਕਿਤੇ ਡਰ ਹੈ ਕਿ ਸਾਡੇ ਕੋਲੋਂ ਅਗਵਾਈ ਦੀ ਜਿਹੜੀ ਵਾਗਡੋਰ ਨਾ ਖੁੱਸ ਜੇ, ਜਾਂ ਫਿਰ ਇਸੇ ਗੱਲ ਕਰਕੇ ਜੋ ਸਵਾਲ ਇੱਕ ਪੈਦਾ ਹੁੰਦਾ ਹੈ ਕਿ ਜੋ ਕਲਾਕਾਰਾਂ ਨੂੰ ਆਪਣੀ ਜਥੇਬੰਦੀ 'ਚ ਸ਼ਾਮਿਲ ਨਹੀਂ ਕਰ ਰਹੇ, ਆਪਦਾ ਹਿੱਸਾ ਨਹੀਂ ਬਣਾ ਰਹੇ, ਪਰ ਇਹ ਜ਼ਰੂਰ ਕਹਿ ਰਹੇ ਨੇ ਵੀ ਚਿੱਠੀਆਂ ਅਸੀਂ ਪਾਵਾਂਗੇ ਜਾਂ ਅਸੀਂ ਅਗਵਾਈ ਕਰਾਂਗੇ, ਅਸੀਂ ਤੁਹਾਨੂੰ ਹੁਕਮ ਦੇਵਾਂਗੇ ਵੀ ਤੁਸੀਂ ਫਲਾਣੀ ਜਗ੍ਹਾ ਤੇ ਜਾਣਾ ਆ। ਦੇਖੋ, ਦੋ ਕੁ ਗੱਲਾਂ ਸਮਝਣ ਦੀ ਜ਼ਰੂਰਤ ਆ। ਪਹਿਲੀ ਗੱਲ ਅਗਵਾਈ ਦੀ ਆ। ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਸਤਿਕਾਰਯੋਗ ਆ, ਬੜੇ ਲੰਬੇ ਸੰਘਰਸ਼ ਲੜੇ ਆ, ਬੜੇ ਤਸ਼ੱਦਦ ਵੀ ਝੱਲੇ ਆ ਉਹਨਾਂ ਨੇ, ਪਰ ਕੱਲਾ ਤਸ਼ੱਦਦ ਝੱਲਣਾ ਮਾਪਦੰਡ, ਜੇ ਅਸੀਂ ਇਹ ਕਹੀਏ ਵੀ ਤਸ਼ੱਦਦ ਝੱਲ ਕੇ ਅਸੀਂ ਸੰਘਰਸ਼ ਲੜ ਲੈਂਦੇ ਆ, ਅੱਜ ਦੀ ਹੁਕਮਰਾਨ ਧਿਰ ਨਾਲ ਲੜਨ ਵਾਸਤੇ ਮੈਨੂੰ ਲੱਗਦਾ ਥੋੜਾ ਜਿਹਾ ਸਾਨੂੰ ਆਪਦੀ ਵਿਉਂਤ ਵੀ ਬਦਲਣੀ ਪਊਗੀ, ਆਪਦੀ ਜਿਹੜੀ ਰਣਨੀਤੀ ਆ ਉਹ ਵੀ ਬਦਲਣੀ ਪਊਗੀ ਪੁਰਾਣੇ ਸਮੇਂ ਦੀ, ਹਨਾ। ਉਹ ਅਗਵਾਈ ਕਰਨ, ਪਰ ਅਗਵਾਈ ਕਰਨ ਲਈ ਇਹ ਸਮਝਣ ਵੀ ਲੜਾਈ ਸਾਡੀ ਹੈ ਕੀ, ਰਿਆਇਤਾਂ ਦੀ ਲੜਾਈ ਆ ਕਿ ਹੱਕਾਂ ਦੀ ਲੜਾਈ ਆ। ਬੜਾ ਫਰਕ ਆ। ਅਸੀਂ ਰਿਆਇਤਾਂ ਲਈ ਲੜਦੇ ਰਹੇ ਹਾਂ, ਸਾਡੇ ਹੱਥ ਕੁਛ ਨਹੀਂ ਲੱਗਦਾ, ਪਰ ਹੱਕਾਂ ਨੂੰ ਅਸੀਂ ਕਦੇ ਸੰਬੋਧਨ ਨਹੀਂ ਕੀਤਾ। ਮੈਂ ਉਹਨਾਂ ਨੂੰ ਇਹੀ ਕਿਹਾ ਜੀ, ਜਿਹੜੇ ਹੱਕ ਤੁਹਾਨੂੰ 70-75 ਸਾਲਾਂ ਤੋਂ ਨਹੀਂ ਦਿੱਤੇ ਗਏ, ਇਹੋ ਜੀ ਲਹਿਰ ਚੋਂ ਸਰਕਾਰ ਗਲਤੀ ਕਰ ਗਈ ਆ, ਸਾਡੇ ਪੈਰ ਥੱਲੇ ਬਟੇਰ ਆ ਗਿਆ। ਸਰਕਾਰ ਤੁਹਾਡੇ ਗਲਮਿਆਂ 'ਚ ਹੱਥ ਪਾਉਣ ਨੂੰ ਇੱਕ ਵਾਰੀ ਵੀ ਨਹੀਂ ਸੋਚਦੀ, ਤੁਸੀਂ ਕਿਉਂ ਸੋਚ ਰਹੇ ਹੋ? ਇੱਕ ਇਹੋ ਜੀ ਮੂਵਮੈਂਟ ਜਿਹਦੇ ਨਾਲ ਹਰ ਰੂਹ ਜੁੜ ਸਕਦੀ ਆ, ਕਿਉਂਕਿ ਧਰਤੀ ਨਾਲ ਜੁੜੀ ਹੋਈ ਗੱਲ ਆ, ਇਸ ਯੂਨੀਅਨ ਆਫ ਇੰਡੀਆ ਦੀ ਹਰ ਰੂਹ ਜੁੜ ਸਕਦੀ ਆ। ਉਸ ਮੂਵਮੈਂਟ ਨੂੰ ਤੁਸੀਂ ਹੱਥੋਂ ਜਾਣ ਦੇ ਦੋਗੇ? ਮੌਕਾ ਇਹ, ਇਸ ਮੌਕੇ ਨੂੰ ਸਮਝ ਕੇ ਕਰੋ ਗੱਲ ਉਹਨਾਂ ਦੇ ਹੱਕਾਂ ਦੀ, ਲਓ ਉਹਨਾਂ ਦੇ ਹੱਕ ਜਿਹੜੇ 70-75 ਸਾਲਾਂ ਚੋਂ ਤੁਸੀਂ ਘੋਲ ਕਰਕੇ ਨਹੀਂ ਲੈ ਸਕੇ। ਜੇ ਅਸੀਂ ਕਹਿੰਦੇ ਆ ਇਸ ਟਾਈਮ ਨਜ਼ਾਕਤ ਨੂੰ ਨਹੀਂ ਸਮਝ ਰਹੇ, ਅਸੀਂ ਨਜ਼ਾਕਤ ਇਹ ਆ, ਲੋਕ ਕਹਿ ਰਹੇ ਆ ਸਾਨੂੰ ਤੁਹਾਡੇ 'ਚ ਭਰੋਸਾ, ਤੁਸੀਂ ਲੜੋ, ਅਸੀਂ ਕਹਿ ਰਹੇ ਆ ਵੀ ਲੜਾਂਗੇ ਪਰ ਰਿਆਇਤਾਂ ਲੈ ਆਉਣੇ ਆ ਕੁਛ, ਹਨਾ। ਫਰਕ ਆ, ਇਸੇ ਗੱਲ 'ਚ ਫਰਕ ਆ। ਅਸੀਂ ਇਹ ਕਹਿ ਦਈਏ ਵੀ ਤਜਰਬਾ ਉਹਨਾਂ ਦਾ ਜਾਂ ਸੰਘਰਸ਼ ਤੋਂ ਸਿੱਖ ਅਸੀਂ ਉਹਨਾਂ ਤੋਂ ਲੈਨੇ ਆ, ਪਰ ਕਿਤੇ ਨਾ ਕਿਤੇ ਐਡਵਾਂਸ ਸਾਨੂੰ ਹੋਣਾ ਪੈਣਾ। ਲੜਾਈ ਸਾਨੂੰ ਜਿਹੜੀ ਕਿ ਇਸ ਟਾਈਮ ਵਜੂਦ ਦੀ ਲੜਨੀ ਪੈਣੀ ਆ, ਕਿ ਕਿਉਂਕਿ ਐਤਕੀ ਜਿਹੜਾ ਨੌਜਵਾਨ ਵੱਡੀ ਗਿਣਤੀ 'ਚ ਇਕੱਠਾ ਹੋਇਆ ਹੈ ਤੇ ਮੌਕੇ ਨੂੰ, ਓਪਰਚੁਨਿਟੀ ਨੂੰ ਗ੍ਰੈਬ ਕਰਨਾ ਸਿੱਖਣਾ ਚਾਹੀਦਾ ਹੈ। ਇਸ ਚੀਜ਼ 'ਚ ਕਿਤੇ ਨਾ ਕਿਤੇ ਮਤਭੇਦ ਸਿਰਫ ਵਿਚਾਰਾਂ 'ਚ ਰਹਿ ਚੁੱਕੇ ਨੇ। ਬਿਲਕੁਲ, ਵਿਚਾਰਾਂ ਦੇ ਦੇਖੋ ਮਤਭੇਦ ਹੁੰਦੇ ਆ, ਵਿਚਾਰਾਂ ਦੇ ਮਤਭੇਦਾਂ ਨੂੰ ਵਿਰੋਧਤਾ ਥੋੜੀ ਕਿਹਾ ਜਾਣਾ ਚਾਹੀਦਾ। ਔਰ ਅਗਲੀ ਗੱਲ ਦੇ ਜਿਹੜੀ ਵਜੂਦ ਦੀ ਲੜਾਈ ਦੀ ਗੱਲ ਕਰਦੇ ਆ ਨਾ, ਦੇਖੋ ਹੋਰ ਮਸਲਿਆਂ ਨੂੰ ਬਾਅਦ 'ਚ ਅਸੀਂ ਨਜਿੱਠ ਲਾਂਗੇ, ਹਜੇ ਸਿਰਫ ਕਿਸਾਨੀ ਤੇ ਮਜ਼ਦੂਰਾਂ ਤੱਕ ਹੀ ਰਹਿੰਦੇ ਆ। ਜੇ ਅੱਜ ਅਸੀਂ ਆਪਦੀ ਧਰਤੀ ਦੀ ਗੱਲ ਕਰਦੇ ਆ, ਸਾਡੀ ਧਰਤੀ 'ਚ ਹੀ ਸਾਡਾ ਫਲਸਫਾ ਪਿਆ। ਕਿਵੇਂ ਪਿਆ? ਗੁਰੂ ਨਾਨਕ ਸਾਹਿਬ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਜੇ ਧਰਤ ਨੂੰ ਮਾਤਾ ਕਹਿ ਕੇ ਸੰਬੋਧਨ ਕੀਤਾ, ਐਡਾ ਵੱਡਾ ਦਰਜਾ ਦਿੱਤਾ, ਮਤਲਬ ਸਾਡੇ ਰੂਹਾਂ 'ਚ ਪਈ ਆ। ਸਾਡੀ ਧਰਤੀ ਨਾਲ ਸਾਡੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਜੁੜਿਆ ਹੋਇਆ। ਅੱਜ ਜੇ ਸਾਡੇ ਤੋਂ ਸਾਡੀ ਧਰਤੀ ਖੋਹ ਲੈਣਗੇ ਤਾਂ ਸਾਡੀਆਂ ਰੂਹਾਂ ਵੀ ਗਈਆਂ, ਸਾਡਾ ਫਲਸਫਾ ਵੀ ਗਿਆ। ਹੋਂਦ ਤੇ ਆ ਗਈ ਗੱਲ ਕਿ ਨਹੀਂ ਆ ਗਈ? ਜਦੋਂ ਮੈਂ ਕਹਿੰਦਾ ਹੋਂਦ ਦੀ ਲੜਾਈ ਆ, ਜਿਵੇਂ ਅਸੀਂ ਧਰਤੀ ਨਾਲ ਜੁੜੇ ਆ, ਹੋ ਸਕਦਾ ਬਾਕੀ ਸੂਬੇ ਨਾ ਜੁੜੇ ਹੋਣ, ਪਰ ਫਿਰ ਉਹਨਾਂ ਲਈ ਹੋਂਦ ਦੀ ਲੜਾਈ ਨਹੀਂ ਹੀ ਆ। ਉਹ ਫਲਸਫਿਆਂ ਲਈ ਨਹੀਂ ਲੜ ਰਹੇ, ਅਸੀਂ ਫਲਸਫੇ ਲਈ ਵੀ ਲੜ ਰਹੇ ਹਾਂ, ਅਸੀਂ ਆਪਦੀ ਧਰਤੀ ਲਈ ਵੀ ਲੜ ਰਹੇ ਹਾਂ। ਸੋ ਫਰਕ ਇੰਨਾ ਕੁ ਤਾਂ ਸਮਝਣਾ ਪਊਗਾ ਨਾ ਸਾਨੂੰ। ਤੁਸੀਂ ਫਰਕ ਸਮਝਣ ਦੀ ਗੱਲ ਕਰਦੇ ਹੋ, ਪਰ ਫਰਕ ਦੀ ਗੱਲ ਕਰ ਲਈਏ ਜਾਂ ਸ਼ੱਕ ਦੀ ਗੱਲ ਕਰ ਲਈਏ, ਕਿਤੇ ਨਾ ਕਿਤੇ ਪੈਦਾ ਹੁੰਦਾ। ਮੈਂ ਲੱਖੇ ਨਾਲ ਇੰਟਰਵਿਊ ਕੀਤੀ ਤਾਂ ਲੱਖਾ ਕਹਿੰਦਾ ਸੀ ਕਿ ਸਾਡੇ ਨਾਲ ਹੋਇਆ ਉਹੀ ਕੁਛ ਹੈ, ਜਾਂ ਸਾਡੇ ਨਾਲ ਬਹੁਤ ਕੁਛ ਹੋ ਗਿਆ
ਕੀਤਾ ਉਹਨਾਂ ਨੇ ਆ ਜਿਹੜੇ ਚੰਗੀਆਂ ਗੱਲਾਂ ਕਰਦੇ ਸੀ ਜਾਂ ਜਿਹੜੇ ਹੱਕ ਦੀਆਂ ਗੱਲਾਂ ਕਰਦੇ ਸੀ, ਤਾਂ ਕਿਤੇ ਨਾ ਵਿਸ਼ਵਾਸ ਕਰਨਾ ਔਖਾ ਹੋ ਰਿਹਾ, ਜਾਂ ਸ਼ੱਕ ਪੈਦਾ ਹੋ ਜਾਂਦਾ ਆ। ਸੋ ਇਸ ਸ਼ੱਕ ਨੂੰ ਵਿਸ਼ਵਾਸ 'ਚ ਦੀਪ ਕਿਵੇਂ ਬਦਲ ਰਿਹਾ ਆ, ਜਾਂ ਕਿਤੇ ਮੰਨਦੇ ਹੋ ਵੀ ਜੇ ਤੁਹਾਡੇ ਤੋਂ ਕੋਈ ਨਾ ਕੋਈ ਵੱਖ ਹੋ ਰਿਹਾ ਆ ਤਾਂ ਉਸੇ ਸ਼ੱਕ ਦੀ ਬਦੌਲਤ ਹੋ ਰਿਹਾ ਆ? ਮੈਂ ਇੱਕ ਗੱਲ ਕਹਿਣਾ ਚਾਹਣਾ ਜੀ, ਦੇਖੋ ਬਾਕੀ ਸਮਾਂ ਬੜਾ ਬਲਵਾਨ ਹੁੰਦਾ, ਸਮਾਂ ਸਭ ਕੁਝ ਦੱਸ ਜਾਂਦਾ, ਪਰ ਉਦੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ। ਜੇ ਮੈਂ ਇਲੈਕਸ਼ਨਾਂ ਲੜਨੀਆਂ ਹੁੰਦੀਆਂ ਤਾਂ ਮੈਂ ਬੈਠਾ ਹੀ ਉੱਥੇ ਸੀ ਜਿੱਥੇ ਮੈਂ ਇਲੈਕਸ਼ਨਾਂ ਲੜ ਸਕਦਾ ਸੀ। ਬੜਾ ਸੌਖਾ ਸੀ ਮੇਰੇ ਲਈ, ਸਭ ਕੁਝ ਛੱਡ ਕੇ ਆ ਗਿਆ, ਉੱਜੜ ਕੇ ਆ ਗਿਆ। ਤੁਸੀਂ ਤਾਂ ਘਰੋਂ ਘਰੀ ਬੈਠੇ ਹੋ, ਰਾਤ ਨੂੰ ਘਰੋਂ ਘਰੀ ਹੋ ਜਾਂਦੇ ਹੋ, ਮੈਂ ਤਾਂ ਨਹੀਂ ਘਰੇ ਜਾਂਦਾ। ਮੈਂ ਤਾਂ 2 ਸੂਟਕੇਸਾਂ 'ਚੋਂ ਰਹਿ ਰਿਹਾ, ਰੋਜ਼ ਨਵੇਂ ਕੁੜਤੇ ਪਜਾਮੇ ਸਵਾ ਕੇ ਜਾਂ ਧਵਾ ਕੇ ਪਾਈ ਜਾਂਦਾ, ਹਨਾ। ਅਗਲੀ ਗੱਲ, ਮੈਂ ਤੁਹਾਡੀ ਹੁਣ ਕਿਸੇ ਮੀਟਿੰਗ ਦਾ ਹਿੱਸਾ ਨਹੀਂ, ਕਿਸੇ ਕੋਰ ਕਮੇਟੀ 'ਚ ਨਹੀਂ ਆ, ਮਤਲਬ ਤੁਹਾਡੀ ਇਨਫੋਰਮੇਸ਼ਨ ਵੀ ਮੇਰੇ ਕੋਲੇ ਨਹੀਂ ਆ, ਫਿਰ ਮੈਂ ਤੁਹਾਡਾ ਨੁਕਸਾਨ ਕਿਵੇਂ ਕਰ ਦੂੰਗਾ, ਹਨਾ। ਇਦੋਂ ਅੱਗੇ ਆ ਜਾਂਦੇ ਆ। ਸਾਨੂੰ ਉਹ ਬੰਦੇ ਤਾਂ ਸ਼ੱਕ 'ਚ ਦਿਖੇ ਨਹੀਂ ਜਿਹੜੇ ਪਿਛਲੇ 30 40 ਸਾਲਾਂ ਤੋਂ ਉਹ ਪਾਰਟੀਆਂ ਜਿਹੜੀਆਂ ਬੈਠੀਆਂ ਹੀ ਉਹਨਾਂ ਦੇ ਨਾਲ ਸੀ, ਜਿਨ੍ਹਾਂ ਤੇ ਸ਼ੱਕ ਸਾਡਾ ਸਿੱਧੇ ਤੌਰ ਤੇ ਜਾਂਦਾ। ਉੱਥੇ ਤਾਂ ਤੁਹਾਨੂੰ ਬੰਦੇ ਦਿਖੇ ਨਹੀਂ। ਮੇਰੇ 'ਚ ਸ਼ੱਕ ਪੈਦਾ ਹੋ ਗਿਆ ਜਿਹੜਾ ਆ ਕੇ ਸੜਕ ਤੇ ਬੈਠਾ, ਸੜਕ ਤੇ ਕਹਿ ਰਿਹਾ ਪੰਜਾਬ ਦੇ ਹੱਕਾਂ ਦੀ ਗੱਲ, ਜਿਹੜਾ ਸਭ ਕੁਝ ਛੱਡਿਆ ਆ, ਉੱਜੜ ਕੇ ਆ ਗਿਆ ਆਪਦੇ ਸ਼ਹਿਰ 'ਚੋਂ। ਇਹ ਗਲੀਆਂ, ਮੈਂ ਜਿਵੇਂ ਕਿਹਾ ਨਾ, ਇਹ ਮਾਈਂਡ ਪ੍ਰੈਜੁਡਿਸ ਕਰੀਦੇ ਹੁੰਦੇ ਆ। ਇਹਦੇ ਲਈ ਲੌਜਿਕ ਦੀ ਜ਼ਰੂਰਤ ਨਹੀਂ ਹੁੰਦੀ। ਮੈਂ ਜਿੰਨੇ ਮਰਜ਼ੀ ਲੌਜਿਕ ਦੇ ਦਾਂ, ਉਹ ਲੌਜਿਕ ਮੈਂ ਹੋਰ ਵੀ ਬਹੁਤ ਦੇ ਸਕਦਾ, ਪਰ ਸਮਾਂ ਹੀ ਦੱਸੂਗਾ। ਸਾਡੇ ਨਾਲ ਹੋਇਆ ਬਹੁਤ ਆ, ਕਿਉਂਕਿ ਅਸੀਂ ਹੁਣ ਇਹ ਵੀ ਭੁੱਲ ਗਏ, ਇਹ ਸਮਝਣਾ ਹੀ ਭੁੱਲ ਗਏ ਵੀ ਬੰਦਾ ਸੱਚਾ ਵੀ ਹੋ ਸਕਦਾ। ਇਹ ਲੱਗਦਾ ਹੀ ਨਹੀਂ ਆ ਵੀ ਅੱਛਾ ਬੰਦਾ ਵੀ ਸੱਚਾ ਹੋ ਸਕਦਾ ਯਾਰ, ਪਰ ਸਾਨੂੰ ਆਦਤ ਝੂਠ ਦੀ ਆ। ਪਰ ਦੀਪ ਕਿਤੇ ਨਾ ਕਿਤੇ ਇਹਦੇ ਵਿੱਚ ਲੋਕਾਂ ਦਾ ਕਸੂਰ ਨਹੀਂ ਮੰਨ ਸਕਦੇ, ਮਾਰਾਂ ਬਹੁਤ ਪਈਆਂ ਨੇ ਪੰਜਾਬ। ਬਾਈ ਜੀ, ਮੈਂ ਕਿਸੇ ਦਾ ਕਸੂਰ ਦੀ ਗੱਲ ਨਹੀਂ ਕਰ ਰਿਹਾ, ਪਰ ਇਹ ਜਦੋਂ ਤੁਸੀਂ ਸਿਸਟਮ ਨੂੰ ਚੈਲੰਜ ਕਰਨਾ, ਤੁਹਾਡੀ ਵਿਰੋਧਤਾ ਲਾਜ਼ਮੀ ਆ, ਔਰ ਇਹ ਉੱਥੋਂ ਹੀ ਹੋਊਗੀ ਜਿਹੜਾ ਕਿਤੇ ਨਾ ਕਿਤੇ ਸਿਸਟਮ ਨਾਲ ਗਾਟੀ ਪਾਈ ਬੈਠਾ। ਸੋ ਇਸ ਕਰਕੇ ਲੋਕਾਂ ਦੀ ਮਾਨਸਿਕਤਾ, ਮੈਂ ਮੰਨਦਾ ਵੀ ਸ਼ੱਕ ਪੈਦਾ ਹੋ ਗਿਆ, ਪਰ ਉਹਦੇ ਚੋਂ ਮੈਂ ਲੈ ਕੇ ਜਾਊਂਗਾ ਤੁਹਾਡੇ ਤੋਂ ਤੇ ਉਹਨਾਂ ਨੂੰ ਦੇਖ ਹੀ ਦੇਊਂਗਾ। ਇਹਦਾ ਆਪਾਂ ਕੋਈ ਸਿੱਟਾ ਤਾਂ ਕੱਢੀਏ, ਕੋਈ ਲੌਜਿਕ ਤਾਂ ਕਿਤੇ ਹੋਣਾ ਚਾਹੀਦਾ। ਗੱਲ ਕਹਿਣੀ ਬੜੀ ਸੌਖੀ ਆ, ਪਰ ਉਹਦੇ ਪਿੱਛੇ ਕੋਈ ਲੌਜਿਕ ਤਾਂ ਹੋਵੇ। ਸੋ ਲੋਕਾਂ ਦੀ ਗਲਤੀ ਨਹੀਂ ਆ, ਸਭ ਕੁਝ ਸਿਰ ਮੱਥੇ। ਇਹ ਗੱਲਾਂ ਬਾਅਦ 'ਚ ਨਜਿੱਠ ਲਾਂਗੇ। ਇੱਕ ਗੱਲ ਸਮਝ ਲਓ, ਅੱਜ ਲੜਾਈ ਦਿੱਲੀ ਨਾਲ ਆ। ਜਿੰਨੇ ਮਰਜ਼ੀ ਆਪਦੀਆਂ ਲੱਤਾਂ ਖਿੱਚੀ ਜਾਓ, ਨਿੰਦੀ ਜਾਓ, ਕੁਛ ਨਹੀਂ ਨਿਕਲਣਾ। ਆਪਦੇ ਆਪ ਨੂੰ ਹੀ ਅਸੀਂ ਕਮਜ਼ੋਰ ਕਰਾਂਗੇ। ਬਿਲਕੁਲ, ਆਪਦੇ ਆਪ ਨੂੰ ਤਾਕਤਵਰ ਬਣਾਉਣ ਦੀ ਲੋੜ ਹੈ, ਪਰ ਤਾਕਤਵਰ ਹੋਣ ਦੇ ਲਈ ਏਕਾ ਜ਼ਰੂਰੀ ਹੈ। ਕੱਲ ਨੂੰ ਜੇਕਰ ਕਲਾਕਾਰ ਵੀਰ ਬੁਲਾਉਂਦੇ ਨੇ, ਦੀਪ ਸਿੱਧੂ ਖਿੜੇ ਮੱਥੇ ਜਾਊ। ਬਾਈ ਜੀ, ਮੈਂ ਤਾਂ ਅੱਜ ਵੀ ਖੜਾ। ਦੇਖੋ, ਮੇਰੇ ਲਈ ਹਰ ਜਥੇਬੰਦੀ, ਹਰ ਸਾਡਾ ਕਲਾਕਾਰ ਭਰਾ, ਕੋਈ ਫਰਕ ਨਹੀਂ ਹੈ, ਕਿਉਂਕਿ ਵਿਚਾਰਾਂ ਦੇ, ਜਿਵੇਂ ਮੈਂ ਕਿਹਾ, ਵਖਰੇਵਿਆਂ ਦਾ ਉਹਨੂੰ ਸਪੇਸ ਦਿਓ, ਉਹਨੂੰ ਜਗ੍ਹਾ ਦਿਓ, ਉਹ ਆਪਾਂ ਨਜਿੱਠਾਂਗੇ। ਮਿਸਲਾਂ 'ਚ ਵਿਚਾਰਾਂ ਦੇ ਵਖਰੇਵੇਂ ਹੁੰਦੇ ਸੀ, ਪਰ ਮਤਾ ਕੀ ਪੈਂਦਾ ਸੀ? ਅਸੀਂ ਹਕੂਮਤ ਦੇ ਖਿਲਾਫ ਲੜਨਾ ਇਕੱਠੇ ਹੋ ਕੇ। ਉਹ ਆਪਸ 'ਚ ਲੜਦੇ ਰਹਿੰਦੇ ਹੁੰਦੇ ਸੀ ਅਦਰਵਾਈਜ਼, ਪਰ ਜਦੋਂ ਬਾਹਰੋਂ ਕੋਈ ਚੜ ਕੇ ਆ ਜਾਂਦਾ ਸੀ, ਹਕੂਮਤ ਦੇ ਖਿਲਾਫ ਲੜਦੇ ਸੀ। ਅੱਜ ਗੱਲ ਉੱਥੇ ਹੀ ਆ ਨਾ, ਆਪਸ 'ਚ ਅਸੀਂ ਬਾਅਦ 'ਚ ਨਜਿੱਠਾਂਗੇ, ਜੱਫੋ ਜੱਫੀ ਹੋ ਜਾਾਂਗੇ ਜਾਂ ਨਾ ਹੋਵਾਂਗੇ, ਬਹਿ ਕੇ ਗੱਲ ਕਰ ਲਾਂਗੇ। ਪਰ ਅੱਜ ਸਾਡੀ ਲੋੜ ਇਹ ਆ, ਦਿੱਲੀ ਨੂੰ ਮੱਥਾ, ਉੱਥੋਂ ਆਵਾਜ਼ ਉੱਥੋਂ ਤੱਕ ਪਹੁੰਚਾਈਏ, ਉਹਦੇ ਨਾਲ ਮੱਥਾ ਲਾਈਏ, ਕਿਉਂਕਿ ਲੜਾਈ ਬੜੀ ਗੰਭੀਰ ਆ। ਮਸਲਿਆਂ ਨੂੰ ਸਮਝਣ ਦੀ ਜ਼ਰੂਰਤ ਆ, ਹਾਲਾਤਾਂ ਨੂੰ ਮੁਖਾਤਮ ਹੋਣ ਦੀ ਜ਼ਰੂਰਤ ਹੈ ਇਸ ਵੇਲੇ। ਆਖਰੀ ਸਵਾਲ ਹੈ, ਮੰਨਦੇ ਹੋ ਜੋ ਚਿੱਠੀ ਆਈ ਉਹਦਾ ਵਿਰੋਧ ਕੀਤਾ ਗਿਆ, ਉਹ ਚੰਗਾ ਸੀ ਤੇ ਨਾਲੇ ਦਿੱਲੀ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ? ਬਾਈ ਜੀ, ਉਹ ਬਹੁਤ ਵਧੀਆ, ਮੈਂ ਸਰਾਹਨਾ ਕਰਦਾ ਕਿਸਾਨ ਜਥੇਬੰਦੀਆਂ ਦੀ ਇਸ ਕਦਮ ਦੀ। ਉਹ ਇੱਕ ਟਰੈਪ ਸੀ। ਉਹ ਚਿੱਠੀ ਦੇ ਜੇ ਤੁਸੀਂ ਲਫ਼ਜ਼ ਹੀ ਪੜ੍ਹੋਗੇ, ਉਹਦੇ 'ਚ ਇਹ ਕਿਹਾ ਗਿਆ ਸੀ ਵੀ ਆਰਡੀਨੈਂਸਸ ਜਿਹੜੇ ਆ ਉਹ ਬਹੁਤ ਚੰਗੇ ਆ, ਸੋ ਪਲੀਜ਼ ਕਮ ਟੂ ਦਿੱਲੀ and we'll have a conference regarding the benefits of these ordinances। ਮਤਲਬ ਸਰਕਾਰ ਇਹ ਗੱਲ ਕਹਿ ਰਹੀ ਆ ਵੀ ਇਸ ਤੋਂ ਜਿਹੜਾ ਫਾਇਦਾ ਹੋਣ ਵਾਲਾ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ, ਉਹਦੇ ਬਾਰੇ ਆਪਾਂ ਕਾਨਫਰੰਸ ਕਰਦੇ ਹਾਂ। ਸੋ ਜਿਹੜੀ ਗੱਲ ਉਹ ਕਹਿ ਰਹੇ ਆ, ਅਸੀਂ ਪਿੰਡਾਂ 'ਚ ਜਾ ਕੇ ਸਮਝਾਵਾਂਗੇ, ਉਹੀ ਕਿਸਾਨ ਜਥੇਬੰਦੀਆਂ ਨੂੰ ਸਮਝਾਉਣ ਦੀ ਗੱਲ ਕਰ ਰਹੇ ਸੀ। ਸੋ ਇਹਦੇ 'ਚ ਸਾਨੂੰ ਸੀਰੀਅਸਨੈਸ ਨਹੀਂ ਦਿਖਦੀ, ਔਰ ਆਪਦਾ ਸਟੈਂਡ ਉਹਨਾਂ ਨੇ ਪਹਿਲਾਂ ਹੀ ਕਲੀਅਰ ਕਰਤਾ। ਫਿਰ ਉਹਦੇ 'ਚ ਮੀਟਿੰਗ ਜਾਣ ਦਾ, ਕਿਉਂਕਿ ਉਹਨਾਂ ਨੇ ਤਾਂ ਟਾਰਗੇਟ ਕਰਨਾ, ਹੁਣ ਉਹਨਾਂ ਨੇ ਵੀਕ ਪੁਆਇੰਟਸ ਲੱਭਣੇ ਆ। ਉਹ ਟਰੈਪ ਸੀ ਇੱਕ, ਤੇ ਉਸ ਟਰੈਪ ਨੂੰ ਬੜੀ ਵਧੀਆ ਤੇ ਸੂਝ-ਬੂਝ ਨਾਲ
ਇਹਨਾਂ ਨੇ ਡਿਨਾਈ ਕਰਕੇ ਇਹਨਾਂ ਨੇ ਇਹ ਕਿਹਾ ਜਿੱਦਾਂ ਤੁਹਾਡੀ ਕੋਈ ਸੀਰੀਅਸਨੈਸ ਸਾਨੂੰ ਦਿਖੀ, ਜਿੱਦਾਂ ਤੁਸੀਂ ਸਾਨੂੰ ਕੁਝ ਹੱਲ ਦੇਣ ਦੇ ਮੂਡ 'ਚ ਹੋਏ, ਆਪਾਂ ਉੱਤੇ ਬੈਠ ਜਾਾਂਗੇ। ਅਸੀਂ ਸੰਵਾਦ ਤੋਂ ਤਾਂ ਨਹੀਂ ਭੱਜ ਰਹੇ, ਪਰ ਸੰਵਾਦ ਲਈ ਇੱਕ ਪਲੇਟਫਾਰਮ ਦੇਣਾ ਜਿੱਥੇ ਪਹਿਲਾਂ ਇਹ ਫੀਲ ਕਰਾਉਣਾ ਵੀ ਤੁਸੀਂ ਬੜੇ ਸੀਰੀਅਸ ਹੋ ਇਸ ਗੱਲ ਨੂੰ ਲੈ ਕੇ, ਤੇ ਤੁਸੀਂ ਉਸ ਸੀਰੀਅਸਨੈਸ ਨੂੰ ਸਾਡੇ ਕੋਲੇ ਕਨਵੇ ਕਰੋਗੇ, ਉਹ ਬੜਾ ਜ਼ਰੂਰੀ ਆ। ਬੜਾ ਜ਼ਰੂਰੀ ਹੈ, ਪਰ ਜ਼ਰੂਰੀ ਇਸ ਵਕਤ ਇਹ ਵੀ ਹੈ ਕਿ ਇੱਕੇ 'ਚ ਰਿਹਾ ਜਾਵੇ, ਤਾਂ ਸੁਚੇਤ ਰਿਹਾ ਜਾਵੇ, ਤਾਂ ਜੋ ਦਿਸ਼ਾਹੀਨ ਨਾ ਹੋਈਏ। ਕਿਉਂਕਿ ਇਸ ਵਕਤ ਕਈ ਚੀਜ਼ਾਂ, ਕਈ ਤਾਕਤਾਂ ਅਜਿਹੀਆਂ ਵੀ ਨੇ ਜੋ ਕਿਤੇ ਨਾ ਕਿਤੇ ਦਿਸ਼ਾਹੀਨ ਕਰਨਾ ਚਾਹੁੰਦੀਆਂ ਨੇ, ਪਰ ਸਾਨੂੰ ਏਕਾ ਜ਼ਰੂਰੀ ਹੈ, ਤੇ ਇਸ ਏਕੇ ਦੇ ਨਾਲ ਹੀ ਹੈ ਜਿਹੜਾ ਕੋਈ ਨਾ ਕੋਈ ਪੱਕਾ ਇੱਕ ਨਤੀਜਾ ਜੋ ਸਾਡੇ ਹੱਕ ਦੇ ਵਿੱਚ ਹੈ ਉਹ ਹੋ ਕੇ ਨਿਬੜੇਗਾ। ਮੈਂ ਸੁਰਖਾਬ ਆਪਣੇ ਸਹਿਯੋਗੀ ਦਲਵੀਰ ਸਿੰਘ ਨਾਲ, ਰੋਜ਼ਾਨਾ ਸਪੋਕਸਮੈਨ ਸ਼ੰਭੂ।